एक्चुअली सच्ची मुच्ची ये डॉक्टरी कोट ही है और ऑपरेशन करना ਜ਼ਰੂਰੀ ਹੁੰਦਾ ਹੈ। ਜਦੋਂ ਕਿਸੇ ਦਾ ਦਿਮਾਗ ਖਰਾਬ ਹੋਵੇ ਠੀਕ ਹੋਵੇ ਹੀ ਨਾ ਤੇ ਫਿਰ ਕਾਨੂੰਨ ਦੀ ਜਿਹੜੀ ਸਾਡੀ ਕਲਮ ਚੱਲਦੀ ਹੈ ਉਹਦੇ ਨਾਲ ਨਾਲ ਜੇ ਡਾਕਟਰਾਂ ਵਾਲੀ ਕੈਂਚੀ ਵੀ ਚੱਲੇ ਤੇ ਤਾਂ ਹੀ ਸ਼ਾਇਦ ਗੁਜ਼ਾਰਾ ਹੋਣਾ ਹੈ। ਦੇਖੋ ਤੁਹਾਡਾ ਬੱਚਾ ਵੀ ਉਹਨਾਂ ਕੀਮਤੀ ਤੁਹਾਡੇ ਲਈ ਜਿੰਨਾ ਉਹ ਮੇਰੇ ਲਈ ਕੀਮਤੀ ਤੇ ਸਭ ਤੋਂ ਜ਼ਿਆਦਾ ਕੀਮਤੀ ਉਹ ਸਮਾਜ ਲਈ ਹੈ। ਘਰ ਆ ਕੇ ਤੇ ਉਹ ਸ਼ਰੀਫ ਬੱਚਾ ਬਣ ਰਿਹਾ ਤੇ ਬਾਹਰ ਉਹ ਕੀ ਹਰਕਤਾਂ ਕਰੇ ਜੇ ਉਹਨੂੰ ਗਲਤ ਮੈਸੇਜ ਹੀ ਨਾ ਜਾਏਗਾ ਤੇ ਉਹ ਗਲਤ ਕੰਮ ਕਰੇਗਾ ਹੀ ਨਹੀਂ। ਤੇ ਇਸ ਕਰਕੇ ਜਿਹੜੇ ਲੋਕ ਥੋੜੇ ਜਿਹੇ ਪੈਸੇ ਕਮਾਉਣ ਲਈ ਇਹੋ ਜਿਹੇ ਕੰਮ ਕਰ ਰਹੇ ਨੇ ਉਹਨਾਂ ਦੇ ਉੱਤੇ ਨਕੇਲ ਪਾਉਣੀ ਬਹੁਤ ਜ਼ਰੂਰੀ ਹੈ। ਜਿਹੜੀਆਂ ਸਾਡੀਆਂ ਕੰਟਰੋਲ ਏਜੰਸੀਜ਼ ਨੇ ਇਨਵੈਸਟੀਗੇਸ਼ਨ ਏਜੰਸੀਜ਼ ਨੇ ਉਹ ਸੁੱਤੀਆਂ ਨੇ ਗੂੰਗੀਆਂ ਨੇ ਬਹਿਰੀਆਂ ਬਾਪੂ ਦੇ ਤਿੰਨੋਂ ਬੰਦਰ ਉਹਨਾਂ ਨੇ ਸਾਂਭ ਕੇ ਰੱਖੇ ਆ। ਉਹਨਾਂ ਨੇ ਆਪਣੇ ਵਾਸਤੇ ਬਾਏ ਚੋਇਸ ਕੰਮ ਕਰਦੀਆਂ ਨੇ ਬਾਏ ਲਾਅ ਕੰਮ ਨਹੀਂ ਕਰ ਰਹੀਆਂ ਔਰ ਉਹਨਾਂ ਦੇ ਖਿਲਾਫ ਵੀ ਮੋਰਚਾ ਖੁੱਲ੍ਹਣ ਵਾਲਾ। ਸਭ ਤੋਂ ਪਹਿਲਾਂ ਤਾਂ ਗਨ ਕਲਚਰ ਬੈਨ ਹੈ। ਉਹਦੇ 'ਚ ਛੋਟੇ ਬੱਚੇ ਦੇ ਹੱਥ ਵੀ ਗਨ ਫੜਾ ਦਿੱਤੀ। ਇੱਥੇ ਗਨ ਬੈਨ ਹੋਣ ਦੀ ਗੱਲ ਹੋ ਰਹੀ ਹੈ, ਮਾਈਨਰ ਬੱਚਿਆਂ ਦੇ ਹੱਥ 'ਚ ਬੰਦੂਕਾਂ ਫੜਾਤੀਆਂ। 17/9 ਪਾਸ ਕੇ 17ਵਾਂ 'ਚ ਲਿਖਿਆ ਜੀ ਐਨੀ ਅਦਰ ਪਰਸਨ ਫਾਊਂਡ ਗਿਲਟੀ ਡਿਊਰਿੰਗ ਇਨਵੈਸਟੀਗੇਸ਼ਨ। ਜਿਹੜੇ ਬੰਦੇ ਦਾ ਮੈਨੂੰ ਨਾਂ ਨਹੀਂ ਸੀ ਪਤਾ ਜੇ ਉਹਦੇ 'ਚੋਂ ਵੀ ਕੋਈ ਬਚਿਆ ਤੇ ਉਹਨੂੰ ਵੀ ਨਾਲ ਇਹਦੇ 'ਚ ਪਾਰਟੀ ਬਣਾ ਕੇ ਉਹਦੇ 'ਤੇ ਪਰਚਾ ਦਰਜ ਕੀਤਾ ਜਾਵੇ। ਗਾਣੇ 'ਚ ਹਜਾ ਮਾੜਾ ਕੀ ਕੁੜੀ ਨੇ ਤਾਂ ਇੰਨੀ ਗੱਲ ਹੀ ਕਹੀ ਹੈ, ਕਹਿੰਦੀ ਵੀ ਫੀਮ ਦਾ ਤਸਕਰੀ ਖਰਚਾ ਚੱਕੂ ਮੇਰਾ ਜਿੰਨਾ ਖਰਚਾ ਹੈ। ਹਾਂ ਤੇ ਕੋਈ ਨਹੀਂ ਉਹ ਫੀਮ ਦਾ ਤਸਕਰ ਸਾਡੇ ਲਈ ਵੀ ਖਰਚਾ ਚੱਕੂ, ਹੁਣ ਪਤਾ ਲੱਗ ਜੂ ਉਹਨੂੰ। ਸਤਿ ਸ਼੍ਰੀ ਅਕਾਲ ਜੀ। ਲਗਾਤਾਰ ਗਾਣੇ ਜਿਸ ਤਰ੍ਹਾਂ ਦੇ ਨਾਲ ਆ ਰਹੇ ਨੇ ਤਾਂ ਉਹ ਗਾਣਿਆਂ ਨੂੰ ਲੈ ਕੇ ਸਰਕਾਰ ਨੇ ਤਾਂ ਸਖਤੀ ਕਰੀ ਕਿ ਆਖਰਕਾਰ ਅਸਲੇ ਵਾਲੇ ਜਾਂ ਨਸ਼ੇ ਨੂੰ ਪ੍ਰਮੋਟ ਕਰਦੇ ਨਾ ਹੋਣ। ਤਾਂ ਕੋਰਟਾਂ ਦੇ ਵੱਲੋਂ ਵੀ ਵਾਰੀ-ਵਾਰੀ ਇਸ ਚੀਜ਼ ਨੂੰ ਵਾਚ ਵੀ ਕੀਤਾ ਗਿਆ ਤੇ ਫੈਸਲੇ ਵੀ ਸੁਣਾਏ ਗਏ। ਪਰ ਮਲਨ ਸਾਹਿਬ ਦੇਖੀਏ ਤਾਂ ਅੱਜ ਖਾਸੇ ਨਾਰਾਜ਼ ਨੇ ਜਾਂ ਗੁੱਸੇ 'ਚ ਨੇ, ਸਮਝ ਨਹੀਂ ਲੱਗ ਰਹੀ ਕਿਉਂਕਿ ਕਾਲੇ ਕੋਟ ਦੇ ਉੱਤੋਂ ਦੀ ਚਿੱਟਾ ਪਾਇਆ ਤੇ ਇਹ ਕਾਨੂੰਨ ਦੇ ਨਾਲ ਹੁਣ ਆਪਰੇਸ਼ਨ ਵੀ ਕਰਨੇ ਸ਼ੁਰੂ ਕਰੋਗੇ ਕਿਉਂਕਿ ਡਾਕਟਰੀ ਕੋਟ ਆ ਇਹ। ਐਕਚੁਅਲੀ ਸੱਚੀ ਮੁੱਚੀ ਇਹ ਡਾਕਟਰੀ ਕੋਟ ਹੀ ਹੈ ਔਰ ਆਪਰੇਸ਼ਨ ਕਰਨਾ ਜ਼ਰੂਰੀ ਹੁੰਦਾ ਹੈ। ਜਦੋਂ ਕਿਸੇ ਦਾ ਦਿਮਾਗ ਖਰਾਬ ਹੋਵੇ ਠੀਕ ਹੋਵੇ ਹੀ ਨਾ ਤੇ ਫਿਰ ਕਾਨੂੰਨ ਦੀ ਜਿਹੜੀ ਸਾਡੀ ਕਲਮ ਚੱਲਦੀ ਹੈ ਉਹਦੇ ਨਾਲ ਨਾਲ ਜੇ ਡਾਕਟਰਾਂ ਵਾਲੀ ਕੈਂਚੀ ਵੀ ਚੱਲੇ ਤੇ ਤਾਂ ਹੀ ਸ਼ਾਇਦ ਗੁਜ਼ਾਰਾ ਹੋਣਾ, ਕਿਉਂਕਿ ਸਾਈਕੈਟ੍ਰਿਕ ਟ੍ਰੀਟਮੈਂਟ ਵੀ ਤੇ ਕਰਨਾ ਪੈਂਦਾ ਨਾ। ਤੇ ਉਹਦੇ ਵਾਸਤੇ ਫਿਰ ਅੱਜ ਇੱਕ ਪ੍ਰੋਟੈਸਟ ਮੋਰਚਾ ਖੋਲ੍ਹਤਾ ਔਰ ਇਹਨੂੰ ਇੰਡੀਆ ਲੈਵਲ ਤੇ ਲੈ ਕੇ ਜਾਣਾ। ਮੈਂ ਪੱਕੇ ਤੌਰ ਤੇ ਕਰਤਾ ਵੀ ਹੁਣ ਫਿਰ ਇਹ ਦੁਆ ਕਰਨਾ ਹੀ ਕਰਨਾ ਇਸ ਪਾਸੇ। ਦੇਖੋ ਜੇ ਮੈਂ ਆਪਣੀ ਉਹ ਸਾਡੇ ਗ੍ਰੰਥਾਂ 'ਚ ਲਿਖਿਆ ਕਿ ਜੇ ਮੈਂ ਆਪਣੀ ਸੁਸਾਇਟੀ ਨੂੰ ਕੁਝ ਦੇ ਕੇ ਜਾਣਾ ਚਾਹੁੰਦਾ, ਪੈਸਾ ਤਾਂ ਮੇਰੇ ਬੱਚਿਆਂ ਨੇ ਸਾਂਭ ਲੈਣਾ ਪਰ ਸੁਸਾਇਟੀ ਨੂੰ ਇੱਕ ਚੀਜ਼ ਦੇ ਕੇ ਜਾਣੀ ਹੈ ਜਿਹਦੇ ਵਿੱਚ ਗੰਦਗੀ ਰੋਕਾਂਗਾ ਤੇ ਮੇਰਾ ਆਉਣ ਵਾਲੀ ਸਾਰੀਆਂ ਪੀੜ੍ਹੀਆਂ। ਦੇਖੋ ਤੁਹਾਡਾ ਬੱਚਾ ਵੀ ਉਹਨਾਂ ਕੀਮਤੀ ਤੁਹਾਡੇ ਲਈ ਜਿੰਨਾ ਉਹ ਮੇਰੇ ਲਈ ਕੀਮਤੀ ਤੇ ਸਭ ਤੋਂ ਜ਼ਿਆਦਾ ਕੀਮਤੀ ਉਹ ਸਮਾਜ ਲਈ ਹੈ। ਘਰ ਆ ਕੇ ਤੇ ਉਹ ਸ਼ਰੀਫ ਬੱਚਾ ਬਣ ਰਿਹਾ ਤੇ ਬਾਹਰ ਉਹ ਕੀ ਹਰਕਤਾਂ ਕਰੇ ਜੇ ਉਹਨੂੰ ਗਲਤ ਮੈਸੇਜ ਹੀ ਨਾ ਜਾਏਗਾ ਤੇ ਉਹ ਗਲਤ ਕੰਮ ਕਰੇਗਾ ਹੀ ਨਹੀਂ। ਤੇ ਇਸ ਕਰਕੇ ਜਿਹੜੇ ਲੋਕ ਥੋੜੇ ਜਿਹੇ ਪੈਸੇ ਕਮਾਉਣ ਲਈ ਇਹੋ ਜਿਹੇ ਕੰਮ ਕਰ ਰਹੇ ਨੇ ਉਹਨਾਂ ਦੇ ਉੱਤੇ ਨਕੇਲ ਪਾਉਣੀ ਬਹੁਤ ਜ਼ਰੂਰੀ ਹੈ। ਔਰ ਇਹਦੇ 'ਚ ਮੈਂ ਇੱਕ ਅਫਸੋਸ ਜਤਾਉਣਾ ਚਾਹੁੰਦਾ, ਜਿਹੜੀਆਂ ਸਾਡੀਆਂ ਕੰਟਰੋਲ ਏਜੰਸੀਜ਼ ਨੇ ਇਨਵੈਸਟੀਗੇਸ਼ਨ ਏਜੰਸੀਜ਼ ਨੇ ਉਹ ਸੁੱਤੀਆਂ ਨੇ ਗੂੰਗੀਆਂ ਨੇ ਬਹਿਰੀਆਂ ਬਾਪੂ ਦੇ ਤਿੰਨੋਂ ਬੰਦਰ ਉਹਨਾਂ ਨੇ ਸਾਂਭ ਕੇ ਰੱਖੇ ਆ। ਉਹਨਾਂ ਨੇ ਆਪਣੇ ਵਾਸਤੇ ਬਾਏ ਚੋਇਸ ਕੰਮ ਕਰਦੀਆਂ ਨੇ ਬਾਏ ਲਾਅ ਕੰਮ ਨਹੀਂ ਕਰ ਰਹੀਆਂ ਔਰ ਉਹਨਾਂ ਦੇ ਖਿਲਾਫ ਵੀ ਮੋਰਚਾ ਖੁੱਲ੍ਹਣ ਵਾਲਾ। ਇਹ ਤੁਸੀਂ ਜੇ ਦੇਖੀਏ ਕਿ ਜਿਵੇਂ ਗਾਇਕਾਂ ਨੂੰ ਲੈ ਕੇ ਸ਼ੁਰੂਆਤ ਕਰੀ ਸੀਗੀ ਤਾਂ ਹੁਣ ਅੱਜ ਤੁਸੀਂ ਇਹ ਤਸਕਰ ਗਾਣੇ ਦੇ ਨਾਲ ਇਹ ਜਿਹੜੇ ਉੱਪਰ ਤੁਸੀਂ ਪਾਇਆ ਕੋਟ ਦੇ ਨਾਲ ਇਹ ਲਾਇਆ, ਤਸਕਰ ਗਾਣੇ 'ਚ ਕੀ ਇਹੋ ਜਿਹਾ ਰੜਕ ਗਿਆ ਤੁਹਾਨੂੰ? ਸਭ ਤੋਂ ਪਹਿਲਾਂ ਤਾਂ ਗਨ ਕਲਚਰ ਬੈਨ ਹੈ। ਉਹਦੇ 'ਚ ਛੋਟੇ ਬੱਚੇ ਦੇ ਹੱਥ ਵੀ ਗਨ ਫੜਾ ਦਿੱਤੀ। ਇੱਥੇ ਗਨ ਬੈਨ ਹੋਣ ਦੀ ਗੱਲ ਹੋ ਰਹੀ ਹੈ, ਮਾਈਨਰ ਬੱਚਿਆਂ ਦੇ ਹੱਥ 'ਚ ਬੰਦੂਕਾਂ ਫੜਾਤੀਆਂ, ਵੱਡਿਆਂ ਦੇ ਫੜਾਤੀਆਂ। ਫਿਰ ਉਹ ਸਾਰਾ ਕਲਚਰ ਇਹੋ ਜਿਹਾ ਸ਼ੋਅ ਕੀਤਾ। ਉਹਨੂੰ ਗਾਣੇ ਨੂੰ ਭਾਵੇਂ ਸ਼ੁਰੂ 'ਚ ਲਿਖਤਾ ਡਿਸਕਲੇਮਰ ਕਿ ਟੋਏ ਵਰਤਿਆ, ਟੋਏ ਵੀ ਵਰਤਣਾ ਬੈਨ ਹੈ ਨਾ। ਤੁਸੀਂ ਟੋਏ ਵਰਤੋ ਜਾਂ ਤੁਸੀਂ ਅਸਲੀ ਗਨ ਵਰਤੋ, ਤੁਸੀਂ ਪੋਜ਼ ਕੀ ਕਰ ਰਹੇ ਹੋ, ਪ੍ਰੈਜ਼ੈਂਟ ਕੀ ਹੋ ਰਿਹਾ ਹੈ, ਪ੍ਰੈਜ਼ੈਂਟ ਕੀ ਹੋ ਰਿਹਾ। ਔਰ ਪਰਸੈਪਸ਼ਨ ਇਜ਼ ਇਨ ਦਾ ਆਈਜ਼ ਆਫ ਬਿਹੋਲਡਰ। ਜਿਹੜੀ ਸੋਚ ਹੈ ਉਹ ਮੇਰੇ ਦਿਮਾਗ 'ਚ ਹੈ। ਤੁਸੀਂ ਗਲਾਸ ਅੱਧਾ ਭਰਿਆ ਅੱਧਾ ਖਾਲੀ ਹੈ, ਸੋਚ ਕੀ ਪਤਾ ਮੈਂ ਕਹਾਂ ਭਾਜੀ ਹਲੇ ਅੱਧਾ ਖਾਲੀ ਹੈ ਹੋਰ ਭਰਿਆ ਜਾ ਸਕਦਾ ਕਿ ਕਿਆ ਮੈਂ ਸੋਚਾਂ ਅੱਧਾ ਭਰਿਆ ਯਾਰ ਇਹ ਪੀਤਿਆ ਜਾ ਸਕਦਾ। ਤੇ ਪਰਸੈਪਸ਼ਨ ਮੇਰੇ ਅੰਡਰ ਹੈ ਕਿ ਤੁਸੀਂ ਕੀ ਪੋਜ਼ ਕਰ ਰਹੇ ਹੋ। ਮੈਂ ਤੁਹਾਡੇ ਨਾਲ ਜੱਫੀ ਪਾ ਕੇ ਖਲੋਤਾ, ਕੋਈ ਕਹੇਗਾ ਸ਼ਾਇਦ ਇਹ ਕਿਸ ਕਰਨ ਲੱਗਾ, ਕੋਈ ਕਹੇਗਾ ਸ਼ਾਇਦ ਦੰਦੀ ਵੱਢਣ ਲੱਗਾ। ਹਰ ਇੱਕ ਦੀ ਸੋਚ ਹੈ ਨਾ ਜੀ। ਸੋ ਜਿਹੜੀ ਸੋਚ ਮੇਰੇ ਬੱਚਿਆਂ ਦੀ ਜਨਰਲੀ ਸੋਚ ਮਜ਼ੇ ਵੱਲ ਪਲੇਅਰ ਵੱਲ ਜ਼ਿਆਦਾ ਜਾਂਦੀ ਤੇ ਬਹੁਤ ਜਲਦੀ ਜਾਂਦੀ, ਮਿਹਨਤ ਵੱਲ ਘੱਟ ਜਾਂਦੀ ਹੈ। ਉਹਨਾਂ ਨੂੰ ਅਸੀਂ ਬਾਰ-ਬਾਰ ਮਿਹਨਤ ਕਰਨ ਦੇ ਗੁਣ ਸਿਖਾਉਂਦੇ ਹਾਂ ਪਰ ਉਹ ਮਿਹਨਤ ਨਹੀਂ ਕਰ ਪਾਉਂਦੇ। ਸੋ ਆਪਣਾ ਕਲਚਰ ਹੈ ਕਿ ਜੇ ਉਹਨਾਂ ਨੂੰ ਇਹੋ ਜਿਹੀਆਂ ਚੀਜ਼ਾਂ 'ਚੋਂ ਬਾਹਰ ਕੱਢਾਂਗੇ ਤਾਂ ਹੀ ਕਾਬਲ ਹੋ ਪਾਵਾਂਗੇ ਉਹਨਾਂ ਨੂੰ ਰੋਕਣ ਵਾਸਤੇ। ਇਹਦੇ 'ਚ ਹੁਣ ਕੀ ਕਰਿਆ ਕੀ ਹੈ ਤੁਸੀਂ, ਕੋਈ ਜਿਹੜਾ ਲੀਗਲੀ ਫੈਕਟ ਕੀ ਚੱਕੇ ਫੈਕਟ ਕੀ ਨੇਗੇ ਗਾਣੇ ਨੂੰ ਲੈ ਕੇ ਜਿਹੜਾ ਤੁਸੀਂ ਕਰਿਆਗਾ? ਮੈਂ ਇਹਦੇ ਵਿੱਚ ਪੁਲਿਸ ਕੰਪਲੇਂਟ ਕੀਤੀ ਹੈ ਜੀ। ਅੱਛਾ। ਡੀਜੀਪੀ ਪੰਜਾਬ ਸਰਕਾਰ ਨੂੰ ਵੀ ਕੀਤੀ ਹੈ ਔਰ ਐਸਐਸਪੀ ਮੋਹਾਲੀ ਨੂੰ ਨਾਲ ਕਿਹਾ ਬਈ ਇਹਨਾਂ ਬੰਦਿਆਂ ਦੇ ਉੱਤੇ ਪਰਚਾ ਕਰ ਜਿਹਦੇ ਸ਼੍ਰੀ ਬਰਾੜ ਹੈ
ਫਤਿਹ ਕਰਨ ਹੈ, ਮਾਹੀ ਸ਼ਰਮਾ ਹੈ, ਫੀਮੇਲ ਐਕਟਰੈਸ ਹੈ, ਬਾਣੀ ਉਰਫ ਮਿਹਰਬਾਣੀ ਹੈ, ਪ੍ਰੇਮ ਚਾਲ ਹੈ, ਮਨੀਸ਼ ਕੁਮਾਰ ਹੈ, ਸਮੀਰ ਹੈਗਾ ਇੱਕ, ਫਿਰ ਉਸ ਤੋਂ ਬਾਅਦ ਟੀਮ ਡੀਜੇ ਹੈ। 16 17 9 ਪਾ ਰੱਖਿਆ ਤੁਸੀਂ। 17 9 ਪਾਸ ਕੇ 17ਵਾਂ 9 'ਚ ਲਿਖਿਆ ਜੀ ਐਨੀ ਅਦਰ ਪਰਸਨ ਫਾਊਂਡ ਗਿਲਟੀ ਡਿਊਰਿੰਗ ਇਨਵੈਸਟੀਗੇਸ਼ਨ। ਜਿਹੜੇ ਬੰਦੇ ਦਾ ਮੈਨੂੰ ਨਾਂ ਨਹੀਂ ਸੀ ਪਤਾ, ਜੇ ਉਹਦੇ ਚੋਂ ਵੀ ਕੋਈ ਬਚਿਆ ਤੇ ਉਹਨੂੰ ਵੀ ਨਾਲ ਇਹਦੇ 'ਚ ਪਾਰਟੀ ਬਣਾ ਕੇ ਉਹਦੇ 'ਤੇ ਪਰਚਾ ਦਰਜ ਕੀਤਾ ਜਾਵੇ। ਪਰ ਗਾਣੇ 'ਚ ਹਜਾ ਮਾੜਾ ਕੀ ਕੁੜੀ ਨੇ ਤਾਂ ਇੰਨੀ ਗੱਲ ਹੀ ਕਹੀ ਹੈ, ਕਹਿੰਦੀ ਵੀ ਫੀਮ ਦਾ ਤਸਕਰੀ ਖਰਚਾ ਚੱਕੂ ਮੇਰਾ ਜਿੰਨਾ ਖਰਚਾ ਹੈ। ਹਾਂ ਤੇ ਕੋਈ ਨਹੀਂ, ਉਹ ਫੀਮ ਦਾ ਤਸਕਰ ਸਾਡੇ ਲਈ ਵੀ ਖਰਚਾ ਚੱਕੂ, ਹੁਣ ਪਤਾ ਲੱਗ ਜੂ ਉਹਨੂੰ। ਇਹ ਪੈਸੇ ਵੀ ਜਮ੍ਹਾਂ ਕਰਾਉਣੇ ਪੈਣੇ ਜਿੰਨੇ ਇਸ ਗਾਣੇ ਤੋਂ ਇਕੱਠੇ ਹੋਏ ਨੇ। ਤੁਹਾਨੂੰ ਪਤਾ ਮੇਰੀ ਆਦਤ ਦਾ, ਜੇ ਮੈਂ ਸਿੱਧੂ ਮੂਸੇਵਾਲੇ ਤੇ ਕੇਸ ਕੀਤਾ ਤੇ ਉਹਦੇ 'ਚ ਵੀ ਉਹਦਾ ਰੈਵਨਿਊ ਮੰਗਿਆ। ਮੈਨੂੰ ਨਹੀਂ ਚਾਹੀਦਾ, ਬਾਰ ਕੌਂਸਲ 'ਚ ਜਮ੍ਹਾਂ ਕਰਾ ਦੇ, ਜੋ ਵੀ ਕੋਰਟ ਡਾਇਰੈਕਸ਼ਨ ਦੇਵੇ ਉੱਥੇ ਜਮ੍ਹਾਂ ਕਰਾ ਦੇ। ਸਾਡਾ DLSA ਹੈ ਜਿੱਥੇ ਅਸੀਂ ਫ੍ਰੀ ਲੀਗਲ ਏਡ ਦਿੰਦੇ ਗਰੀਬਾਂ ਨੂੰ, ਉੱਥੇ ਜਮ੍ਹਾਂ ਕਰਾ ਦੇ। ਪਰ ਕੋਰਟ ਦੇ ਆਰਡਰ ਲਵਾਂਗਾ, ਇਹਦੇ ਤੋਂ ਜੋ ਰੈਵਨਿਊ ਜਨਰੇਟ ਹੋਇਆ ਇਹ ਉੱਥੇ ਇਕੱਠਾ ਜਮ੍ਹਾਂ ਕਰਾਉਣਾ ਪਏਗਾ। ਤੁਸੀਂ ਕਹਿੰਦੇ ਹੋ ਜਿੰਨੀ ਆਮਦਨੀ ਕਰੀ ਉਹ 'ਚ ਪੈਸਾ ਨਹੀਂ ਛੱਡਣਾ। ਸਰ ਜੇ ਤੁਸੀਂ ਫੀਮ ਵੇਚ ਕੇ ਪੈਸਾ ਕਮਾ ਰਹੇ ਹੋ ਤਾਂ ਉਹ ਫੀਮ ਤੋਂ ਕਮਾਇਆ ਪੈਸਾ ਉਹ ਸਰਕਾਰ ਦੀ ਪ੍ਰਾਪਰਟੀ ਹੈ, ਕਿਉਂਕਿ ਤੁਸੀਂ ਗੈਰ ਕਾਨੂੰਨੀ ਕੰਮ ਕੀਤਾ ਹੈ। ਤੇ ਜਿਸ ਬੰਦੇ ਨੇ ਉਸ ਮੁੜ ਕੇ ਅੱਗੇ ਵੇਚੀ ਉਹ 109 ਦੀ ਧਾਰਾ 'ਚੋਂ ਵੀ ਪਾਰਟੀ ਬਣੇਗਾ। ਸੋ ਜਿੰਨੇ ਅੱਗੇ ਪ੍ਰਮੋਸ਼ਨ ਕਰ ਰਹੇ ਨੇ। ਤੁਸੀਂ ਕੀ ਕਹਿ ਰਹੇ ਹੋ ਵੀ ਆਖਰਕਾਰ ਇਹ ਗਾਣੇ ਨੂੰ ਲੈ ਕੇ ਵੀ ਇਹ ਪ੍ਰਮੋਟ ਕਰ ਰਹੇ ਨੇ ਫੀਮ ਨੂੰ, ਵੀ ਆਖਰਕਾਰ ਉਹਨਾਂ ਦੇ ਤਸਕਰਾਂ ਕੋਲ ਬਹੁਤ ਪੈਸਾ ਹੁੰਦਾ ਹੈ। ਪਰ ਫੀਮ ਵਾਲੇ ਪਰ ਉਹਨਾਂ ਨੂੰ ਤਸਕਰਾਂ ਨੂੰ ਫਿਰ ਬੰਦੂਕਾਂ ਵਾਲਿਆਂ ਨੂੰ ਫਿਰ ਮਤਲਬ ਤੁਸੀਂ ਸੁਣਿਆ ਕੀ ਦੇ ਰਹੇ ਹੋ? ਮਿਹਨਤ ਕਰਕੇ ਰੋਟੀ ਖਾਣ ਵਾਲੇ ਉਹ ਕੰਮ ਹੀ ਖਤਮ ਹੋ ਗਏ ਆ। ਉਹ ਕਹਿੰਦੇ ਵੀ ਫੀਮ ਦਾ ਤਸਕਰ ਮੇਰਾ ਪੈਸਾ ਖਰਚਾ ਚੁੱਕ ਲੂਗਾ। ਹੁਣ ਉਹ ਫੀਮ ਦਾ ਤਸਕਰ ਮੰਗਾਵਾਂਗੇ ਨਾ ਵੀ ਕਿਹੜਾ ਤਸਕਰ ਹੈ, ਲਿਆ ਵੀ ਸਾਰੀ ਪ੍ਰੈਸ ਦਾ ਵੀ ਖਰਚਾ ਚੁੱਕ ਤੇ ਕੋਰਟ ਦਾ ਵੀ ਖਰਚਾ ਚੁੱਕ, ਲੱਗ ਜਾਏਗਾ ਪਤਾ ਬਹੁਤ ਜਲਦੀ। ਇਹ ਦੇਖਿਆ ਜਾਵੇ ਕੋਈ ਸਿਲਸਿਲਾ ਵੈਸੇ ਮਲਨ ਸਾਹਿਬ ਹਾਸੇ ਦੀ ਗੱਲ ਆ ਜਾਂਦੀ ਹੈ, ਨਵਾਂ ਨਹੀਂ ਹੈਗਾ। ਤੁਸੀਂ ਪਹਿਲਾਂ ਸਿੱਧੂ ਮੂਸੇਵਾਲੇ ਤੇ ਵੀ ਕੇਸ ਲਾਈ ਰੱਖਿਆ ਹੈ, ਉਦੋਂ ਬਾਅਦ ਦੇ ਵਿੱਚ ਹਨੀ ਸਿੰਘ ਨੂੰ ਲੈ ਕੇ ਕੰਪਲੇਂਟ ਕਰੀ, ਮਨਕੀਰਤ ਔਲਖ ਤੇ ਵੀ ਲਾਈ ਕਰਿਆਗਾ। ਚੀਜ਼ਾਂ ਦਾ ਫੈਕਟ ਕੋਈ ਨਜ਼ਰ ਆਇਆ? ਸਰ ਇਸ ਤਰ੍ਹਾਂ ਜੀ, ਇੱਕ ਅਫਸੋਸ ਦੀ ਗੱਲ ਦੱਸ ਰਿਹਾ, ਚੰਡੀਗੜ੍ਹ ਪੁਲਿਸ ਆਪਣੇ ਆਪ ਨੂੰ ਬਹੁਤ ਪਾਵਰਫੁਲ ਕਹਿੰਦੀ ਹੈ। 3 ਸਤੰਬਰ 2022 ਦੀ ਕੰਪਲੇਂਟ ਪੈਂਡਿੰਗ ਹੋਵੇ ਤੇ ਅੱਜ ਤੱਕ ਮੈਨੂੰ ਨਹੀਂ ਬੁਲਾਇਆ ਗਿਆ ਕਿ ਆ ਕੇ ਆਪਣੇ ਸਟੇਟਮੈਂਟ ਲਿਖਾ। ਕਿਹਦੀ? ਹਨੀ ਸਿੰਘ ਤੇ ਜਿਹੜਾ ਬਾਦਸ਼ਾਹ, ਜਿਹੜਾ ਉਹਨਾਂ ਨੇ ਗੰਦਾ ਗਾਣਾ ਗਾਇਆ 25 ਪਿੰਡ। ਸੋ ਉਸ ਗਾਣੇ ਦੇ ਉੱਤੇ ਮੇਰੀ ਕੰਪਲੇਂਟ 3 ਸਤੰਬਰ 2022 ਦੀ ਥਰੂ ਈਮੇਲ ਚੰਡੀਗੜ੍ਹ ਪੁਲਿਸ ਕੋ, ਥਰੂ ਰਜਿਸਟਰਡ ਪੋਸਟ ਚੰਡੀਗੜ੍ਹ ਪੁਲਿਸ ਕੋ ਗਈ ਹੈ। ਈਮੇਲ ਦਾ ਸਬੂਤ ਮੈਂ ਨਾਲ ਲੈ ਕੇ ਆਇਆ। ਅੱਜ ਤੱਕ ਜਵਾਬ ਹੀ ਨਹੀਂ ਦਿੱਤਾ ਕੋਈ? ਜਵਾਬ ਹੀ ਨਹੀਂ ਦਿੱਤਾ ਕੋਈ, ਜਵਾਬ ਹੀ ਨਹੀਂ ਆਇਆ ਕੋਈ। ਮੈਨੂੰ ਆਪ ਚੈੱਕ ਕਰ ਸਕਦੇ ਹੋ, ਆ ਮੇਰੇ ਈਮੇਲ ਤੋਂ ਚੰਡੀਗੜ੍ਹ ਪੁਲਿਸ ਨੂੰ ਗਈ ਹੈ। ਤਰੀਕ ਨੋਟ ਕਰ ਲਓ, ਟਾਈਮ ਨੋਟ ਕਰ ਲਓ, ਮੈਂ ਦਿਖਾਤਾ ਮੀਡੀਆ ਸਭ ਨੇ। 4 ਸਤੰਬਰ 2022 ਨੂੰ 12:02 PM ਇਸ ਵੇਲੇ ਗਈ ਹੈ। ਪ੍ਰੋਪਰ ਹਿੰਦੀ 'ਚ ਲਿਖ ਕੇ ਦਿੱਤੀ ਹੈ ਕਿ ਕਿਸੇ ਨੂੰ ਪੜ੍ਹਨ 'ਚ ਵੀ ਦਿੱਕਤ ਨਾ ਆਵੇ। ਪਰ ਇਹਦੇ 'ਚ ਲੱਗਦਾ ਕੀ ਹੈ ਕਿ ਜਿਵੇਂ ਹੁਣ ਇਹ ਗਾਣਾ ਚਲੋ ਇਹਦੇ ਵਾਲਾ ਤਾਂ ਚੱਲ ਬਹੁਤ ਹਟਿਆ, ਉਸ ਤੋਂ ਬਾਅਦ ਦੇ ਵਿੱਚ ਇਹ ਗਾਣੇ ਨੂੰ ਲੈ ਕੇ ਤਾਂ ਇਹ ਵੀ ਇੱਕ ਸਵਾਲ ਉੱਠਦੇ ਰਹੇ ਕਿ ਇਹਦਾ ਹੈ ਜਾਂ ਨਹੀਂ ਹੈ। ਤੇ ਦੂਜੇ ਪਾਸੇ ਜੇ ਦੇਖਿਆ ਜਾਵੇ ਹੁਣ ਗੱਲ ਆ ਗਈ ਤਸਕਰ ਤੇ। ਤਸਕਰ ਦਾ ਤੁਹਾਨੂੰ ਲੱਗਦਾ ਕਿ ਜਿਸ ਤਰ੍ਹਾਂ ਦੇ ਨਾਲ ਸਰਕਾਰ ਪਹਿਲਾਂ ਆਪ ਹੀ ਬਹੁਤ ਸਖਤੀ ਕਰ ਚੁੱਕੀ ਹੈ ਇਸ ਚੀਜ਼ਾਂ ਨੂੰ ਲੈ ਕੇ, ਤਾਂ ਫਿਰ ਐਕਸ਼ਨ ਕਿਵੇਂ ਨਹੀਂ ਲੱਗਦਾ ਤੁਹਾਨੂੰ? ਪਹਿਲਾਂ ਮੈਂ ਪਹਿਲੀ ਗੱਲ ਦਾ ਜਵਾਬ ਦਿੰਦਾ ਵੀ ਹਨੀ ਸਿੰਘ ਜਾਂ ਬਾਦਸ਼ਾਹ ਕਵੇ ਮੇਰਾ ਗਾਣਾ ਹੈ ਜਾਂ ਨਹੀਂ ਹੈ। ਉਹ ਲੋਕ ਕਹਿੰਦੇ ਜੀ ਆਟੋ ਟਿਊਨ ਲਾ ਕੇ ਸਾਡੀ ਆਵਾਜ਼ ਬਣਾ ਲਈ। ਸਾਡੀ ਸਾਇੰਸ ਕੋ ਇੰਨੀ ਕੁ ਜ਼ਿਆਦਾ ਪਾਵਰ ਹੈਗੀ ਹੈ, ਚਾਹੇ ਆਟੋ ਟਿਊਨ ਦਾ ਡੈਡੀ ਵੀ ਲਾ ਲਓ, ਫਿਰ ਵੀ ਤੁਹਾਡੀ ਆਵਾਜ਼ ਜੇ ਸੱਚੀ ਹੈ ਤਾਂ ਪਛਾਣੀ ਜਾਏਗੀ। ਸਾਡੇ ਫੋਰੈਂਸਿਕ ਐਕਸਪਰਟ ਇੰਨੇ ਤੇਜ਼ ਨੇ, ਸਾਡੀਆਂ ਐਸੀਆਂ ਲੈਬੋਰਟਰੀਜ਼ ਹੈਗੀਆਂ ਨੇ ਕਿ ਜਿਹੜੀ ਤੁਸੀਂ ਈਵਨ ਟਿਕਟ ਛਪੀ ਹੁੰਦੀ ਨਾ, ਉਹ ਟਿਕਟ ਕਿਹੜੀ ਪ੍ਰੈਸ ਤੋਂ ਛਪੀ ਹੈ ਉਹ ਤੱਕ ਪਤਾ ਲਾ ਲੈਂਦੀਆਂ ਨੇ, ਕਹਿਣ ਦੀ ਲੋੜ ਨਹੀਂ। ਸੋ ਇਸ ਕਰਕੇ ਜੇ ਸਾਡੀ ਸਰਕਾਰ ਖਾਸ ਕਰਕੇ ਪੁਲਿਸ ਚਾਹਵੇ, ਜਦੋਂ ਉਹਨਾਂ ਨੂੰ ਪਿਆਰ ਮਿਲ ਜਾਂਦਾ ਕਿਸੇ ਪਾਸਿਓਂ ਤੇ ਉਧਰ ਸ਼ਾਂਤ ਹੋ ਜਾਂਦੇ ਨੇ। ਮੈਨੂੰ ਲੱਗਦਾ ਇਹ ਰੀਜ਼ਨ ਤੇ ਇਹੋ ਦੱਸਣਗੇ ਨਾ ਵੀ 3 ਸਤੰਬਰ ਤੋਂ ਅੱਜ ਤੱਕ ਐਸਾ ਗਾਣਾ ਜਿਹਦਾ ਇੱਕ ਵੀ ਸ਼ਬਦ ਮੈਂ ਉਹਦਾ ਨਾਮ ਹੀ ਨਹੀਂ ਸੀ ਲੈਣਾ ਚਾਹੁੰਦਾ, ਪਰ ਇੱਕ ਵੀ ਸ਼ਬਦ ਮੈਂ ਬੋਲਣਾ ਨਹੀਂ ਚਾਹੁੰਦਾ ਮੀਡੀਆ ਤੇ। ਅੱਛਾ ਫਿਰ ਵੇਖੋ, ਮੈਂ ਉਹਦੇ 'ਚ ਇਹ ਵੀ ਡਿਟੇਲ ਦਿੱਤੀ ਹੈ ਵੀ ਕਿੱਥੇ ਕਿੱਥੇ ਮੈਨੂੰ ਅਵੇਲੇਬਲ ਮਿਲਿਆ। ਮੈਂ ਉਹਦੇ YouTube ਦੇ ਦੂਜੇ ਤੀਜੇ ਸਾਰੇ ਲਿੰਕ ਦਿੱਤੇ ਨੇ ਉਹਨਾਂ ਨੂੰ, ਔਰ ਇਹ ਲਿੰਕ ਤੋਂ ਜੇ ਉਡਾ ਵੀ ਦੇਣ ਤਾਂ ਵੀ ਇਹ ਜਿਹੜੇ ਲਿੰਕ ਨੇ ਇਹ ਲੱਭ ਜਾਣਗੇ, ਕਿਉਂਕਿ ਜਿਹੜੀ ਸਾਡੀ IT ਟੀਮ ਹੈ ਉਹਦੇ ਕੋਲ ਪੂਰਾ ਮੈਂ ਸਾਰਾ ਲਿਖਿਆ ਵੀ ਕਿੱਥੇ ਕਿੱਥੇ ਗਾਣਾ ਅਵੇਲੇਬਲ ਹੈ। ਮੇਰੀ ਟੀਮ ਨੇ ਲੱਭਿਆ। ਔਰ ਮੈਂ ਤੁਹਾਨੂੰ ਦੱਸਦਾ ਬੜੇ ਅਫਸੋਸ ਦੀ ਗੱਲ ਹੈ ਕਿ ਸਾਡਾ ਚੌਂਕੀਦਾਰ ਹੀ ਚੋਰ ਹੈ। ਮੈਂ ਤਾਂ ਇਹੋ ਕਹੂੰਗਾ ਜਿਨ੍ਹਾਂ ਦੇ ਹੱਥ 'ਚ ਚੌਂਕੀਦਾਰੀ ਦਿੱਤੀ ਹੈ ਉਹ ਸੁੱਤੇ ਪਏ ਨੇ। ਔਰ ਜਦ ਕਿ ਸੂਓ ਮੋਟੋ ਐਕਸ਼ਨ ਉਹਨਾਂ ਕੋਲ ਵੀ ਲੈਣ ਦੀ ਪਾਵਰ ਹੈ, ਕਿਉਂ ਨਹੀਂ ਲਿੱਤਾ ਉਹਨਾਂ ਨੇ ਸੂਓ ਮੋਟੋ ਐਕਸ਼ਨ? ਮਾਨਯੋਗ ਹਾਈ ਕੋਰਟ ਨੇ ਕਈ ਜੱਜਮੈਂਟ ਵਿੱਚ ਕਿਹਾ ਕਿ ਇਹਨੂੰ ਰੋਕੋ। ਇਹਦੇ 'ਚ ਹੁਣ ਤੁਸੀਂ ਕੰਪਲੇਂਟ ਦਿੱਤੀ, ਕੋਈ ਐਕਸ਼ਨ ਜਾਂ ਕੋਈ ਰਿਪਲਾਈ ਹਜੇ ਤੱਕ ਇਹਦਾ ਆਇਆ? ਤੇ ਕੰਪਲੇਂਟ ਕਦੋਂ ਦਿੱਤੀ ਹੈ ਤੁਸੀਂ? ਇਹ ਜਿਹੜੀ ਹਨੀ ਸਿੰਘ ਤਸਕਰ ਵਾਲੀ ਕੰਪਲੇਂਟ ਤੇ ਮੈਂ ਲੇਟੈਸਟ ਦਿੱਤੀ ਹੈ, ਇਹਦੇ 'ਚ ਰਿਪਲਾਈ ਮੈਨੂੰ ਆ ਗਈ ਹੈ। ਔਰ ਅੱਜ ਜਾਂ ਕੱਲ੍ਹ 'ਚ ਮੇਰੀ ਇਹਦੇ 'ਚ ਮੈਂ ਸਟੇਟਮੈਂਟ ਵੀ ਦੇ ਦੇਣੀ ਆਪਣੀ। ਔਰ ਮੈਨੂੰ ਆਸ਼ਵਾਸਨ ਦਵਾਇਆ ਗਿਆ। ਕਿਹਦਾ ਰਿਪਲਾਈ ਕਿਹਦਾ ਹੈ? ਕੋਰਟ ਚਲਾਈ ਸੀ ਇਹ ਕਿੱਥੇ ਲਾਈ? ਨਹੀਂ, ਮੈਂ ਇਹ ਵਾਲੀ ਜਿਹੜੀ ਕੰਪਲੇਂਟ ਹੈ ਇਹ ਮਾਨਯੋਗ SSP ਨੂੰ ਮੋਹਾਲੀ ਦਿੱਤੀ ਹੈ, CM ਸਾਹਿਬ ਨੂੰ ਦਿੱਤੀ ਤੇ DGP ਨੂੰ ਦਿੱਤੀ ਹੈ। ਔਰ ਮੈਨੂੰ ਇਹ ਮੇਰੀ ਮਾਰਕ ਹੋ ਕੇ ਮਾਨਯੋਗ DSP ਵਿਜੀਲੈਂਸ ਕੋਲ ਪਹੁੰਚ ਚੁੱਕੀ ਹੈ। ਔਰ ਉਮੀਦ ਕਰਦਾ ਕਿ 1-2 ਦਿਨਾਂ 'ਚ ਤੇ ਐਕਸ਼ਨ ਹੋ ਜਾਏਗਾ। ਉਹਨਾਂ ਨੇ ਮੈਨੂੰ ਸ਼ੋਰਟੀ ਦਿੱਤੀ ਹੈ ਕਿ ਮੱਲਨ ਸਾਹਿਬ ਅਸੀਂ ਤੁਹਾਡੇ ਨਾਲ ਹਾਂ ਔਰ ਅਸੀਂ ਪੂਰਾ ਇਹਦੇ ਤੇ ਜ਼ੋਰ ਸਿਰ ਕੰਮ ਕਰਾਂਗੇ। ਗਾਣਾ ਖੁਦ ਨੂੰ ਸੋਹਣਾ ਲੱਗਿਆ ਕਿ ਨਹੀਂ ਲੱਗਿਆ? ਕਿਹਨੂੰ ਜੀ? ਤੁਹਾਨੂੰ?
ਮੈਨੂੰ ਗੁੱਸਾ ਆਇਆ ਤਾਂ ਮੈਂ ਕੰਪਲੇਂਟ ਕੀਤੀ, ਜੇ ਸੋਹਣਾ ਲੱਗਦਾ ਤੇ ਸ਼ਾਇਦ ਮੈਂ ਕਰਦਾ ਹੀ ਨਹੀਂ। ਉਹਨੇ ਸੁਣ ਕਿੱਥੇ ਲਿਆ ਵੈਸੇ, ਵਕੀਲਾਂ ਕੋਲ ਇੰਨਾ ਸਮਾਂ ਹੁੰਦਾ ਤਾਂ ਹੈ ਨਹੀਂ। ਭਾਜੀ ਮੇਰੇ ਨਾਲ ਯੰਗ ਜਨਰੇਸ਼ਨ ਹੈਗੀ ਆ, ਜਿਹੜੇ ਬੱਚੇ ਨਵੇਂ ਆ ਨਾ ਜੀ, ਉਹ ਸੁਣਦੇ ਨੇ ਗਾਣੇ। ਮੇਰੇ ਕੋਲ ਸੱਚੀ ਮੁੱਚੀ ਟਾਈਮ ਨਹੀਂ ਹੁੰਦਾ, ਤੁਸੀਂ ਵੇਖਿਆ ਹੀ ਆ, ਤੁਸੀਂ ਤਾਂ ਮੈਨੂੰ ਬੜੇ ਪੁਰਾਣੇ ਜਾਣਦੇ ਹੋ, ਹਰ ਵੇਲੇ ਟੇਬਲ ਤੇ ਫਾਈਲਾਂ ਦਾ ਢੇਰ ਹੁੰਦਾ। ਸਾਡੇ ਕੋਲ ਸੁਣਨ ਦਾ ਟਾਈਮ ਸਿਰਫ ਟਰੈਵਲ ਟਾਈਮ ਤੇ ਹੈ, ਉਸ ਵੇਲੇ ਅਸੀਂ ਉਹ ਗਾਣਾ ਲਾ ਲੈਂਦੇ ਆ, ਉਹ ਬੱਚੇ ਮੈਨੂੰ ਸੁਣਾਉਂਦੇ ਆ, ਕਿਉਂਕਿ ਉਹਨਾਂ ਨੂੰ ਪਤਾ ਵੀ ਸਰ ਖੜਕੂ ਬੰਦੇ ਆ, ਇਹਨਾਂ ਨੇ ਐਕਸ਼ਨ ਲੈਣਾ ਹੀ ਲੈਣਾ। ਹੁਣ ਮੇਰੀ ਡਿਊਟੀ ਸੀ ਐਕਸ਼ਨ ਲੈਣ ਦੀ, ਉਹ ਮੈਂ ਲੈ ਲਿਆ। ਅਗਲੀ ਡਿਊਟੀ ਤੇ ਸਰਕਾਰ ਦੀ, ਸਰਕਾਰ ਮੀਨਸ ਬਿਊਰੋਕਰੈਟ ਦੀ। ਬਿਊਰੋਕਰੈਟ ਦਾ ਮਤਲਬ ਸਾਡਾ ਚੌਂਕੀਦਾਰ ਜਿਹੜਾ ਪੁਲਿਸ ਮਹਿਕਮਾ ਉਹਦੀ ਹੈ, ਉਹ ਤੇ ਕੀ ਐਕਸ਼ਨ ਲੈਂਦਾ। ਹੁਣ ਤੇ ਵਾਰੀ ਉਹਨਾਂ ਦੀ ਹੈ, ਮੇਰਾ ਤਾਂ ਕੰਮ ਮੁੱਕ ਗਿਆ। ਜੇ ਮੈਂ ਕੋਰਟ 'ਚ ਲਾਤਾ ਤੇ ਕੋਰਟ 'ਚ ਹੁਣ ਜਵਾਬ ਦੂਜੀ ਪਾਰਟੀ ਨੇ ਦੇਣਾ। ਹੁਣ ਉਹ ਜਵਾਬ ਦੇਣ ਵੀ ਨਾ ਆਵੇ। ਹੁਣ ਮੇਰੇ ਕੋਲ ਜਿਹੜਾ ਸਿੱਧੂ ਮੂਸੇਵਾਲਾ ਉਹ 'ਚ ਪਬਲੀਕੇਸ਼ਨ ਦੇ ਆਰਡਰ ਹੋਏ ਆ, ਹੁਣ ਉਹ ਆਰਡਰ ਲੈ ਕੇ ਆਪਾਂ ਅਖਬਾਰ 'ਚ ਇਸ਼ਤਿਹਾਰ ਲੱਗਣਾ। ਪਰ ਉਹ ਤਾਂ ਦੇਖਿਆ ਜਾਵੇ ਜਦੋਂ ਦੁਨੀਆ ਤੇ ਹੈ ਨਹੀਂ ਤਾਂ। ਵੀਰ ਜੀ ਮੇਰੀ ਉਹਦੇ ਨਾਲ ਕਦੀ ਵੀ ਪਰਸਨਲ ਲੜਾਈ ਨਹੀਂ ਸੀ। ਪਰਸਨਲ ਲੜਾਈ ਮੇਰੀ ਉਹਦੇ ਨਾਲ ਕੋਈ ਨਹੀਂ, ਉਹਦੇ ਵਿਚਾਰਾਂ ਤੇ, ਉਹਦੇ ਗਾਉਣ ਤੇ। ਕਦੀ ਉਹ ਵਕੀਲਾਂ ਨੂੰ ਗਾਲਾਂ ਕੱਢਦਾ, ਕਦੀ ਪ੍ਰੈਸ ਨੂੰ ਗਾਲਾਂ ਕੱਢਦਾ ਸੀ, ਕਦੀ ਮੰਤਰੀਆਂ ਨੂੰ ਗਾਲਾਂ ਕੱਢਣ ਲੱਗ ਪਿਆ। ਉਹ 26 ਸਾਲਾਂ ਦਾ ਐਡਾ ਹੀ ਅਕਲਮੰਦ ਹੋ ਗਿਆ ਕਿ ਅਸੀਂ ਸਾਰੇ ਪਾਗਲ ਹੋ ਗਏ। ਸਾਡਾ ਇੱਕ ਸਿਸਟਮ ਜਿਹੜਾ ਹਜ਼ਾਰਾਂ ਸਾਲਾਂ ਤੋਂ ਚੱਲਦਾ ਆ ਰਿਹਾ, ਸੈਂਕੜੇ ਸਾਲਾਂ ਤੋਂ ਚੱਲਦਾ ਆ ਰਿਹਾ, ਉਹਦੇ ਅਗੇਂਸਟ ਵੀ ਆਪਾਂ ਬੋਲਦੇ ਹਾਂ। ਤੇ ਅੱਜ ਤੱਕ ਮੈਂ ਇੱਕ ਸਵਾਲ ਅੱਜ ਕਰੂੰਗਾ ਦਿਲ ਭਰੇ ਨਾਲ, ਕਿ ਇੱਕ ਸਵਾਲ ਮੈਂ ਪੁੱਛਿਓ ਜ਼ਰੂਰ, ਉਹਨੇ ਸੁਸਾਇਟੀ ਲਈ ਕੀਤਾ ਕੀ ਹੈ? ਕੋਈ ਮੰਦਰ, ਗੁਰਦੁਆਰਾ, ਹਸਪਤਾਲ, ਸਕੂਲ, ਗਰੀਬ ਬੱਚਿਆਂ ਨੂੰ ਪੜ੍ਹਾਇਆ? ਉਹਨੇ ਜੇ ਗਾਣੇ ਗਾਏ ਤੇ ਆਪਣੇ ਲਈ ਪੈਸੇ ਕਮਾਏ, ਆਪਣੇ ਮਾਪਿਓ ਨੂੰ ਜਗੀਰ ਦੇ ਕੇ ਗਿਆ। ਸੁਸਾਇਟੀ ਨੂੰ ਉਹ ਕੁਝ ਨਹੀਂ ਦੇ ਕੇ ਗਿਆ, ਇੱਕ ਵੀ ਪੁੰਨ ਦਾ ਕੰਮ ਕਰਕੇ ਗਿਆ। ਤੇ ਮੈਂ ਤੁਹਾਡਾ ਕਰਜ਼ਦਾਰ ਹਾਂ। ਉਹਦੇ 'ਚ ਕੀ ਹੋ ਰਿਹਾ ਹੁਣ? ਉਹਦੇ 'ਚ ਮਾਨਯੋਗ ਕੋਰਟ ਨੇ ਦੱਸਿਆ, ਪਬਲੀਕੇਸ਼ਨ ਦੇ ਆਰਡਰ ਕੀਤੇ ਨੇ, ਜਿਹੜੇ ਲੈਫਟ ਓਵਰ ਬੰਦੇ ਨੇ, ਜਿਵੇਂ YouTube ਵੀ ਉਹ 'ਚ ਪਾਰਟੀ ਹੈ, ਹੰਗਾਮਾ, ਸਪੋਟੀਫਾਈ, ਗਾਣਾ। ਉਹ ਹੋਊਗਾ ਕਿ ਉਹਦੇ 'ਚ ਵੀ ਕਹਿੰਦਾ, ਮੇਰੇ ਪੁੱਛਣ ਦਾ ਮਤਲਬ ਇਹ ਹੈ ਕਿਉਂਕਿ ਤੁਸੀਂ ਤਾਂ ਉਹਦੇ ਕਾਨੂੰਨੀ ਵਿੱਚ ਹੁਣ ਉਹ ਜਵਾਬ ਦੇਣਗੇ। ਪਹਿਲਾਂ ਉਹ ਜਿਹੜੇ ਆਬਜੈਕਸ਼ਨੇਬਲ ਵਰਡ ਨੇ ਉਹਦੀ ਕਲੈਰੀਫਿਕੇਸ਼ਨ ਦੇਣਗੇ। ਗਾਣਾ ਕਿਹੜਾ ਸੀ ਉਹ? ਉਹ ਸੀਗਾ ਸੰਜੂ। ਸਾਡੇ ਕੋਲੋਂ ਭਾਲਦੇ ਆ ਮੀਲ ਸੋਹਣੀ ਹੈ, ਵਤਵਾ ਬੋਲਦੇ ਵਕੀਲ ਸੋਹਣੀ ਹੈ। ਵਕੀਲ ਕੋਈ ਲੇਬਰ ਕਲਾਸ ਨਹੀਂ ਹੈ ਕਿ ਜਿਹਨੂੰ ਕਹੋ ਤੂੰ ਕੰਮ ਕਰਦੇ ਫਿਰ ਤੈਨੂੰ ਪੈਸੇ ਦਿੰਦੇ ਆ। ਐਡਵਾਂਸ ਪੇਮੈਂਟ ਕਰਨੀ ਪੈਂਦੀ ਹੈ, ਔਰ ਵਿਦ ਰਿਕੁਐਸਟ। ਸਾਡੇ ਜਦੋਂ ਸਾਨੂੰ ਕੋਈ ਇਨਵਾਈਟ ਕਰਦਾ ਹੈ, ਉਹ 'ਤੇ ਪਤਾ ਕੀ ਲਿਖਦਾ? ਮਿਸਟਰ ਮੱਲਨ ਹੈਜ਼ ਕੋਡਲੀ ਕੰਸੈਂਟਡ ਟੂ ਕਮ ਟੂ ਦੀ ਫੰਕਸ਼ਨ। ਅਸੀਂ ਕੰਸੈਂਟ ਦਿੰਦੇ ਹਾਂ ਕਿਉਂਕਿ ਸਟੈਚੂਏਟ ਬੋਰਡ ਮੈਂਬਰ ਆ ਅਸੀਂ, ਪਬਲਿਕ ਸਰਵੈਂਟ ਦੀ ਕੈਟਾਗਰੀ 'ਚ ਨਹੀਂ ਆ। ਕਿਉਂਕਿ ਸਾਨੂੰ ਲੋਕ ਸਾਡੇ ਕੋਲ ਟਾਈਮ ਮੰਗਦੇ, ਜੇ ਅਸੀਂ ਹਾਂ ਕੀਤੀ ਤਾਂ ਉਹ ਥੈਂਕ ਯੂ ਕਰਦੇ ਆ। ਜੇ ਕੱਲ ਨੂੰ ਮੈਨੂੰ ਕੋਈ ਕੰਪਨੀ ਵੀ ਬੁਲਾਉਂਦੀ ਹੈ ਤੇ ਮੈਨੂੰ ਇਹ ਨਹੀਂ ਕਹਿੰਦੀ ਯੂ ਹੈਵ ਬੀਨ ਅਪੋਇੰਟਡ, ਸਾਨੂੰ ਅਪੋਇੰਟਮੈਂਟ ਨਹੀਂ ਮਿਲਦੀ। ਮਿਸਟਰ ਮੱਲਨ ਹੈਜ਼ ਕੋਡਲੀ ਕੰਸੈਂਟਡ ਟੂ ਬੀ engaged ਐਜ਼ ਅਵਰ ਲੀਗਲ ਕਾਉਂਸਲ। ਵੀ ਆਰ ਅਬਵ ਦੈਮ। ਰਾਸ਼ਟਰਪਤੀ ਤੋਂ ਬਾਅਦ ਸਾਡਾ ਨੰਬਰ ਹੈ। ਯੈਸ, ਪਾਵਰ ਦਾ ਪਤਾ ਹੋਣਾ ਚਾਹੀਦਾ। ਜੇ ਮੈਨੂੰ ਆਪਣੀ ਪਾਵਰ ਹੀ ਨਹੀਂ ਪਤਾ ਤੇ ਮੈਂ ਕਿੱਦਾਂ ਅੱਗੇ ਚੱਲ ਜੂੰਗਾ? ਖੈਰ ਦੇਖਿਆ ਜਾਵੇ ਤਸਕਰ ਗਾਣੇ ਨੂੰ ਲੈ ਕੇ ਹੁਣ ਸਰਕਾਰ ਦਾ ਇੰਤਜ਼ਾਰ ਹੋਊਗਾ, ਜਾਂ ਕਹੀਏ ਕਿ ਪੁਲਿਸ ਪ੍ਰਸ਼ਾਸਨ ਦਾ, ਕਿਉਂਕਿ ਕਾਰਵਾਈ ਸ਼ੁਰੂ ਹੋ ਗਈ ਹੈ ਅੱਗੇ ਨੂੰ। ਤੇ ਉਦੋਂ ਬਾਅਦ ਦੇ ਵਿੱਚ ਹਟਾਇਆ, ਰੋਕਿਆ ਜਾਂਦਾ ਜਾਂ ਨਹੀਂ ਜਾਂਦਾ, ਖੈਰ ਪਰੇ ਦੀ ਗੱਲ ਆ। ਪਰ ਆਖਰਕਾਰ ਵਕੀਲ ਸਾਹਿਬ ਕਹਿੰਦੇ ਕਿ ਹੁਣ ਜਦੋਂ ਕੋਰਟ ਡਾਕਟਰਾਂ ਵਾਲਾ ਪਾਇਆ ਤਾਂ ਫਿਰ ਕਾਰਵਾਈ ਵੀ ਉਸੇ ਹਿਸਾਬ ਦੇ ਨਾਲ ਚੱਲੂ, ਨਹੀਂ ਫਿਰ ਅਗਲੇ ਸਟੈਪ ਨੇ ਜਿਹੜੇ ਉਹ ਅੱਗੇ ਵੱਧ ਸਕਦੇ ਨੇ। ਵੀਡੀਓ ਜਰਨਲਿਸਟ ਅਮਨ ਦੇ ਨਾਲ ਸੁਮਿਤ ਸਿੰਘ, ਰੋਜ਼ਾਨਾ ਸਪੋਕਸਮੈਨ TV, ਚੰਡੀਗੜ੍ਹ।